ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ। ਮੈਂ ਨਰਿੰਦਰ ਕੁਮਾਰ, ਫੈਕਲਟੀ ਆਫ ਵਿਜ਼ਡਮ ਅਕੈਡਮੀ ਆਰਨੋ ਤੋਂ। ਅੱਜ ਦਾ ਜਿਹੜਾ ਸਾਡਾ ਵੀਡੀਓ ਹੈ ਉਹ ਸੰਵਿਧਾਨ ਦੇ ਉੱਪਰ ਹੈ, ਇੰਡੀਅਨ ਕੌਂਸਟੀਟਿਊਸ਼ਨ। ਅਤੇ ਕੌਂਸਟੀਟਿਊਸ਼ਨ ਦੇ ਵਿੱਚ ਅਸੀਂ ਅੱਜ ਪੜ੍ਹਾਂਗੇ ਇੰਡੀਆ ਦੇ ਕੌਂਸਟੀਟਿਊਸ਼ਨ ਦੀਆਂ ਸ਼ਡਿਊਲਸ। ਅਤੇ ਸ਼ਡਿਊਲਸ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਅਨੁਸੂਚੀਆਂ ਆਖਦੇ ਹਾਂ। ਅਤੇ ਅਸੀਂ ਅੱਜ ਇਸ ਪਾਰਟ ਦੇ ਵਿੱਚ ਇੰਡੀਆ ਦੇ ਜਿਹੜਾ ਕੌਂਸਟੀਟਿਊਸ਼ਨ ਹੈ ਉਹਦੀ ਅਨੁਸੂਚੀਆਂ ਦੇ ਬਾਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ, ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਹੈ, ਉਹਦੇ ਵਿੱਚ 1950 ਤੱਕ ਜਦੋਂ ਸਾਡਾ ਇੰਡੀਆ ਦਾ ਕੌਂਸਟੀਟਿਊਸ਼ਨ ਸਟਾਰਟ ਹੋਇਆ ਸੀ ਬਣ ਕੇ, ਤਾਂ ਉਸ ਸਮੇਂ ਇਹਦੇ ਵਿੱਚ ਟੋਟਲ 8 ਸ਼ਡਿਊਲ ਸਨ। ਲੇਕਿਨ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਜ਼ਰੂਰਤਾਂ ਵੱਧਦੀਆਂ ਗਈਆਂ ਦੇਸ਼ ਦਾ ਜਿਹੜਾ ਪ੍ਰਸ਼ਾਸਨ ਨੂੰ ਸੁਧਾਰਨ ਵਾਸਤੇ, ਤਾਂ ਇਹਦੇ ਵਿੱਚ ਨਵੇਂ ਜਿਹੜੇ ਸ਼ਡਿਊਲਸ ਜਿਹੜੇ ਐਡ ਕੀਤੇ ਗਏ ਹੈ। 9th ਸ਼ਡਿਊਲ, 10th ਸ਼ਡਿਊਲ, 11 ਅਤੇ 12, ਇਹ ਜਿਹੜੇ 4 ਸ਼ਡਿਊਲ ਨੇ, ਇਹਨਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਬਾਅਦ ਦੇ ਵਿੱਚ ਐਡ ਕੀਤਾ ਗਿਆ। ਮੂਲ ਸੰਵਿਧਾਨ ਦੇ ਵਿੱਚ 8 ਸਨ, ਲੇਕਿਨ ਜੇ ਵਰਤਮਾਨ ਸਮੇਂ ਦੇਖਿਆ ਜਾਵੇ ਤਾਂ ਵਰਤਮਾਨ ਸਮੇਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ 12 ਅਨੁਸੂਚੀਆਂ ਹਨ। ਅਤੇ ਉਹਨਾਂ ਅਨੁਸੂਚੀਆਂ ਦੇ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਉਹ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ। ਸ਼ਡਿਊਲ ਜਿਹੜੀ ਫਸਟ ਹੈ ਸਾਡੇ ਕੌਂਸਟੀਟਿਊਸ਼ਨ ਦੀ, ਤਾਂ ਉਸ ਸ਼ਡਿਊਲ ਫਸਟ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਟੈਰੀਟਰੀ ਐਂਡ ਏਰੀਆ ਆਫ ਦੀ ਇੰਡੀਆ। ਟੈਰੀਟਰੀ ਦਾ ਮਤਲਬ ਖੇਤਰ ਅਤੇ ਏਰੀਆ ਇੱਕੋ ਚੀਜ਼ ਹੈ। ਅਤੇ ਇਸ ਪਾਰਟ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸ਼ਡਿਊਲ ਦੇ ਵਿੱਚ ਕਿ ਭਾਰਤ ਦੀ ਜਿਹੜੀ ਬਾਉਂਡਰੀ ਹੈ ਉਹ ਕਿੱਥੋਂ ਤੱਕ ਫੈਲੀ ਹੋਈ ਹੈ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਸਟੇਟਸ ਹਨ, ਉਹਨਾਂ ਸਾਰਿਆਂ ਦੀ ਜਿਹੜੀ ਵਿਆਖਿਆ ਹੈ ਡਿਟੇਲ ਦੇ ਵਿੱਚ ਉਹ ਇਸ ਪਾਰਟ ਦੇ ਵਿੱਚ ਕੀਤੀ ਗਈ ਹੈ। ਇਸ ਦੇ ਵਿੱਚ ਭਾਰਤ ਦੀ ਜਿਹੜੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਅਤੇ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਰਨ ਆਫ ਕੱਚ ਅਤੇ ਜਿਹੜੇ ਸਾਡੇ ਟਾਪੂ ਨੇ ਲਕਸ਼ਦੀਪ ਅਤੇ ਜਿਹੜਾ ਅੰਡੇਮਾਨ ਨਿਕੋਬਾਰ ਟਾਪੂਜ਼ ਨੇ। ਅਤੇ ਇੱਕ ਟਰਮ ਤੁਸੀਂ ਸੁਣੀ ਹੋਏਗੀ ਨੌਟੀਕਲ ਮਾਈਲਸ, ਜਿਹੜੀ ਸਾਡੀ ਭਾਰਤ ਦੀ ਤਟਵਰਤੀ ਸੀਮਾ ਹੈ। ਜਿਵੇਂ ਅਸੀਂ ਮੈਪ ਦੇ ਅਕੋਰਡਿੰਗ ਦੱਸੀਏ ਤਾਂ ਇਹ ਹੇਠਲਾ ਪਾਰਟ ਹੈ ਅਤੇ ਇਸ ਤੋਂ 200 ਨੌਟੀਕਲ ਮਾਈਲ ਤੱਕ ਦਾ ਜਿਹੜਾ ਏਰੀਆ ਹੈ ਇਹਦੇ ਉੱਤੇ ਭਾਰਤ ਦਾ ਜਿਹੜਾ ਉਸ ਦਾ ਕਬਜ਼ਾ ਹੈ। ਅਤੇ ਇਹ ਸਾਰੇ ਏਰੀਏ ਦੀ ਜਿਹੜੀ ਵਿਆਖਿਆ ਹੈ ਉਹ ਸ਼ਡਿਊਲ 1 ਦੇ ਵਿੱਚ ਕੀਤੀ ਗਈ ਹੈ। ਇਸ ਤੋਂ ਬਾਅਦ ਸ਼ਡਿਊਲ ਸੈਕਿੰਡ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਸਾਡੀ ਇੰਡੀਆ ਦੀ ਲੈਜਿਸਲੇਟਿਵ, ਐਗਜ਼ੀਕਿਊਟਿਵ ਅਤੇ ਜੁਡੀਸ਼ਰੀ ਹੈ, ਜਿਸ ਨੂੰ ਅਸੀਂ ਸਰਕਾਰ ਦੇ ਔਰਗਨਸ ਕਹਿੰਦੇ ਹਾਂ, ਅੰਗ। ਤੁਸੀਂ ਇੱਕ ਜਿਵੇਂ 10th ਕਲਾਸ ਦੇ ਵਿੱਚ ਪੜ੍ਹਿਆ ਹੋਏਗਾ ਕਿ ਜਿਹੜੀ ਪਾਵਰ ਸ਼ੇਅਰ ਹੁੰਦੀ ਹੈ ਉਹ 2 ਤਰੀਕੇ ਨਾਲ ਹੁੰਦੀ ਹੈ। ਇੱਕ ਤਾਂ ਹੌਰੀਜ਼ੌਂਟਲ ਹੁੰਦੀ ਹੈ ਅਤੇ ਇੱਕ ਹੁੰਦੀ ਹੈ ਵਰਟੀਕਲ। ਹੌਰੀਜ਼ੌਂਟਲ ਦੇ ਵਿੱਚ ਜਿਹੜੀ ਪਾਵਰ ਹੈ ਉਹ 3 ਤਰੀਕੇ ਨਾਲ ਡਿਵਾਈਡ ਕੀਤੀ ਜਾਂਦੀ ਹੈ। ਇੱਕ ਨੂੰ ਅਸੀਂ ਲੈਜਿਸਲੇਟਿਵ ਆਖਦੇ ਹਾਂ, ਦੂਸਰੇ ਨੂੰ ਅਸੀਂ ਐਗਜ਼ੀਕਿਊਟਿਵ ਆਖਦੇ ਹਾਂ ਅਤੇ ਤੀਸਰੇ ਨੂੰ ਅਸੀਂ ਜੁਡੀਸ਼ਰੀ ਕਹਿੰਦੇ ਹਾਂ। ਤਾਂ ਜਦੋਂ ਜਿਹੜੀ ਪਾਵਰ ਸਰਕਾਰ ਦੇ ਔਰਗਨ ਦੇ ਵਿਚਕਾਰ ਡਿਵਾਈਡ ਕੀਤੀ ਜਾਵੇ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਹੌਰੀਜ਼ੌਂਟਲ ਪਾਵਰ ਸ਼ੇਅਰਿੰਗ। ਲੈਜਿਸਲੇਟਿਵ ਦਾ ਮਤਲਬ ਵਿਧਾਨ ਪਾਲਿਕਾ, ਐਗਜ਼ੀਕਿਊਟਿਵ ਦਾ ਮਤਲਬ ਕਾਰਜਪਾਲਿਕਾ ਅਤੇ ਜੁਡੀਸ਼ਰੀ ਦਾ ਮਤਲਬ ਹੁੰਦਾ ਨਿਆਂਪਾਲਿਕਾ। ਲੈਜਿਸਲੇਟਿਵ ਦਾ ਕੰਮ ਹੁੰਦਾ ਕਾਨੂੰਨ ਬਣਾਉਣਾ, ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੈ ਜਿਹੜੀ, ਉਸ ਨੂੰ ਅਸੀਂ ਲੈਜਿਸਲੇਟਿਵ ਦੇ ਵਿੱਚ ਰੱਖਾਂਗੇ। ਐਗਜ਼ੀਕਿਊਟਿਵ ਹੈ ਜਿਹੜਾ ਲੋਕ ਸਭਾ ਅਤੇ ਰਾਜ ਸਭਾ ਦੁਆਰਾ ਜਿਹੜੇ ਬਣਾਏ ਗਏ ਕਾਨੂੰਨ ਨੇ ਉਹਨਾਂ ਨੂੰ ਅਪਲਾਈ ਕਰੇਗਾ, ਲਾਗੂ ਕਰੇਗਾ। ਅਤੇ ਇਹਦੇ ਵਿੱਚ ਸਾਡੇ 2 ਪਰਸਨ ਆਉਣਗੇ, ਇੱਕ ਆਏਗਾ ਪ੍ਰਾਈਮ ਮਿਨਿਸਟਰ ਅਤੇ ਦੂਸਰੇ ਆਉਣਗੇ ਸਾਡੇ ਦੇਸ਼ ਦੇ ਰਾਸ਼ਟਰਪਤੀ, ਪ੍ਰੈਜ਼ੀਡੈਂਟ। ਤਾਂ ਇਹ ਦੋਵਾਂ ਨੂੰ ਅਸੀਂ ਬੋਲਦੇ ਹਾਂ ਐਗਜ਼ੀਕਿਊਟਿਵ। ਅਤੇ ਜੁਡੀਸ਼ਰੀ ਹੈ ਜਿਹੜੀ ਉਹ ਸਿੰਗਲ ਯੂਨਿਟਰੀ ਸਿਸਟਮ ਹੈ, ਜਿਹਦੇ 'ਚ ਸੁਪਰੀਮ ਕੋਰਟ, ਹਾਈ ਕੋਰਟ, ਸੈਸ਼ਨ ਕੋਰਟ, ਮੈਜਿਸਟ੍ਰੇਟ ਕੋਰਟਸ ਇਹ ਸਾਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ। ਤਾਂ ਜਦੋਂ ਪਾਵਰ ਇਸ ਤਰੀਕੇ ਨਾਲ ਸ਼ੇਅਰ ਕੀਤੀ ਜਾਵੇਗੀ ਤਾਂ ਉਸ ਨੂੰ ਅਸੀਂ ਹੌਰੀਜ਼ੌਂਟਲ ਪਾਵਰ ਸ਼ੇਅਰ ਆਖਦੇ ਹਾਂ। ਅਤੇ ਵਰਟੀਕਲ ਦੇ ਵਿੱਚ ਪਾਵਰ ਕਿਸ ਤਰ੍ਹਾਂ ਡਿਵਾਈਡ ਹੋਏਗੀ? ਸਭ ਤੋਂ ਪਹਿਲਾਂ ਸੈਂਟਰ ਗੌਰਮੈਂਟ ਕੋਲ, ਫਿਰ ਉਸ ਤੋਂ ਬਾਅਦ ਪਾਵਰ ਸਟੇਟ ਗੌਰਮੈਂਟ ਕੋਲ, ਅਤੇ ਉਸ ਤੋਂ ਬਾਅਦ ਲੋਕਲ ਜਿਹੜੀ ਗੌਰਮੈਂਟ ਹੈ ਜਿਸ ਨੂੰ ਅਸੀਂ ਪੰਚਾਇਤਾਂ ਅਤੇ ਸ਼ਹਿਰਾਂ ਵਾਸਤੇ ਮਿਊਨਿਸਪੈਲਿਟੀਜ਼ ਯਾਨੀ ਕਿ ਨਗਰ ਪਾਲਿਕਾ ਆਖਦੇ ਹਾਂ। ਤਾਂ ਇਸ ਪਾਰਟ ਦੇ ਵਿੱਚ ਲੈਜਿਸਲੇਟਿਵ, ਐਗਜ਼ੀਕਿਊਟਿਵ ਅਤੇ ਜਿਹੜੀ ਜੁਡੀਸ਼ਰੀ ਹੈ ਇਹਨਾਂ ਦੀ ਸੈਲਰੀ ਦੇ ਬਾਰੇ ਐਕਸਪਲੇਨ ਕੀਤਾ ਗਿਆ ਕਿ ਇਹਨਾਂ ਨੂੰ ਕਿੰਨੀ ਤਨਖਾਹ ਮਿਲੇਗੀ। ਜੇਕਰ ਤੁਹਾਨੂੰ ਮੈਂ ਅਪ ਟੂ ਡੇਟ ਜਿਹੜਾ ਲੇਟੈਸਟ ਡੇਟਾ ਹੈ ਸਾਡੇ ਕੋਲ, ਜਿਹੜਾ ਕਿ ਮਾਰਚ 2019 ਦੇ ਵਿੱਚ ਭਾਰਤੀ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ, ਉਹਦੇ ਅਨੁਸਾਰ ਸਾਡੇ ਦੇਸ਼ ਦੇ ਜਿਹੜੇ ਰਾਸ਼ਟਰਪਤੀ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਜਿਹੜੀ ਤਨਖਾਹ ਹੈ ਉਹ 5 ਲੱਖ ਰੁਪਏ ਹੈ। ਜਿਹੜੇ ਸਾਡੇ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਪ ਰਾਸ਼ਟਰਪਤੀ, ਉਹਨਾਂ ਦੀ ਤਨਖਾਹ 4 ਲੱਖ ਰੁਪਏ ਹੈ।
ठीक है। तो ये अप टू डेट जिहड़ियां सैलरीज ने ये हुण कॉन्स्टिट्यूशन दे विच मार्च 2019 की अमेंडमेंट दे विच इन्हां ने चेंज कीता। ते इस तो इलावा जिवें साडे गवर्नर ने राज्यां दे जिहड़े राजपाल ने उन्हां दी सैलरी है जिहड़ी वो 3 लाख रुपए डिसाइड की गई है। और जिहड़े साडे सुप्रीम कोर्ट के मुख्य जज ने उन्हां 2,80,000 रुपए, जिहड़े सहायक जज ने उन्हां दी 2.5 लाख रुपए। तो इस तरीके नाल इस शेड्यूल दे विच कुल मिला के जिन्ने भी अहुदियां दे उत्ते बैठे जिहड़े मंत्री ने या साडे जिहड़े जुडिशरी दे मैंबरस ने, हाई कोर्ट के जज ने, सुप्रीम कोर्ट के जज ने, तो इन्हां सारिਆਂ दी जिहड़ी सैलरी है वो इस पार्ट दे विच एक्सप्लेन की गई है। इस तो बाद इहदा एक तुहानूं मैं ट्रिक भी दसदा हाँ कि तुसी इस शेड्यूल नूं किस तरीके नाल याद रख सकते हो। तो ट्रिक की है? तो ट्रिक इहदे वास्ते साडे कोल हैगी है सैलरी 2। सैलरी 2 जिवें असीं कहने ना कि मेरी सैलरी 2। तो सैलरी 2 का मतलब कि जिहड़ी 2 नंबर शेड्यूल है उहदे विच सैलरी नूं एक्सप्लेन किया गया। जदों भी मंथ कंप्लीट हो जाता है तो हरेक जिहड़ा स्टाफ मैंबर है वो कहता कि मेरी सैलरी 2 देवो का मतलब मेरी सैलरी 2। तो 2 तो याद रह जाएगा कि 2 नंबर जिहड़ी शेड्यूल है उहदे विच सैलरी दे बारे एक्सप्लेन किया गया। तो ये इस शेड्यूल नूं याद करने का तरीका है। इस तो बाद गल करते हैं जी शेड्यूल नंबर 3 की। शेड्यूल नंबर 3 दे विच औथ दे बारे लिखा गया। औथ का मतलब हुंदा है सौं चकनी, तो इस नूं असीं हिंदी दे विच आखदे हां शपथ। साडे देश के अंदर जदों भी कोई मंत्री बनता है, प्रधानमंत्री बनता है, राष्ट्रपति बनता है या सुप्रीम कोर्ट के जिहड़े जज हुंदे ने तो उन्हां नूं सौं चुकाई जाती है जिस अहुदे के उत्ते वो विराजमान हुंदे है। जिवें कि हुण पिछे पंजाब की कैबिनेट का विस्तार किया गया तो उस दे विच मंत्रियों नूं सौं चुकाई जाती है, कैबिनेट मंत्रियों नूं, और राष्ट्रपति भी सौं चुकदा है। कुछ इंपॉर्टेंट चीज़ां दस देना मैं इहदे नाल रिलेटेड कि जिहड़े साडे देश का चीफ जस्टिस ऑफ इंडिया यानी कि सुप्रीम कोर्ट का जिहड़ा जज है उसनूं सौं चुकाउण दा काम करते हैं साडे देश के प्रेजिडेंट यानी कि राष्ट्रपति। प्रधानमंत्री नूं सौं चुकाउण दा काम है जिहड़ा वो भी कौन करेगा? प्रेजिडेंट ही करेगा। जिहड़े राज्यां दे मुख्य मंत्री हुंदे ने, CM हुंदे ने, उन्हां नूं सौं चुकाएगा उस राज का राजपाल यानी कि गवर्नर। इस तो इलावा जिहड़े हाई कोर्ट के जज हुंदे ने उन्हां नूं सौं चुकाउण दा काम गवर्नर करेगा मुख्य जज नूं, ले जिहड़े बाकी जज ने उन्हां नूं हाई कोर्ट का जज ही सौं चुका देगा। तो इस तरीके नाल साडे इंडिया दे जिहड़ा शेड्यूल नंबर 3 है इहदे विच सानूं एक्सप्लेन किया गया है कि किहड़ा व्यक्ति किस नूं सौं चुकाएगा जिस समय भी वो किसी पोस्ट के उत्ते विराजमान होएगा। हुण इस नूं याद करन दा तरीका की है, इहदी ट्रिक की है? इहदे विच तुसीं एक वर्ड देखिया कि हिंदी दे विच असीं इहनूं कहने शपथ। तो हुण शपथ दे तुसीं लैटर्स देखोगे 1 2 3 और ये शेड्यूल नंबर भी की है तुहाडी 3 तो तुसीं याद रख लोगे कि इहदे जिहड़े लैटर्स ने वो किन्ने ने? 3 है। शै पै थै शपथ। तो इस तो तुहानूं ये याद रह जाएगा, ये ट्रिक है इसनूं याद करन दी कि इहदे लैटर्स 3 है, इहदा मतलब शपथ है जिहड़ी वो शेड्यूल 3 दे विच है। इस तो बाद आ गई जी शेड्यूल नंबर 4। शेड्यूल नंबर 4 दे विच लिखिया होया एलोकेशन ऑफ द स्टेट सीट्स टू द स्टेट एंड यूटी इन दी राज्य सभा कि जिहड़ी साडी सेंट्रल गौरमेंट दे विच साडा अपर हाउस है जिसनूं असीं राज्य सभा आखदे हां, ते साडी जिहड़ी राज सभा है उहदे विच सानूं सारिਆਂ ਨੂੰ इस गल दा पता है कि टोटल 245 जिहड़े मैंबर है। लोक सभा दे 543 ने ते राज सभा दे 245 मैंबर ने। पर ये जिहड़े 245 मैंबर ने ये सारे दे सारे जिहड़े साडी इंडिया दी 28 स्टेटां ने तो इन्हां सारिਆਂ दे विचों इक्वल नहीं हैगे। ये डिपेंड करता कि उस एरिए की पॉपूलेशन कितनी है और पॉपूलेशन के आधार के उत्ते ही अलग अलग राज्यों के विचों अलग अलग जिहड़े राज सभा दे विच जिहड़े मैंबर ने उन्हां दी गिणती है जिहड़ी भेजी जाती है। तो इस शेड्यूल दे विच इस गल की व्यवस्था की गई है कि साडी भारत की किहड़ी स्टेट दे विचों ते यूनियन टैरीटरी दे विचों किन्ने मैंबर राज सभा दे विच पहुंचणगे। जिवें कि एग्जाम्पल के तौर पर यूपी आबादी के हिसाब नाल सब तो वड्डा एरिया है आबादी के आधार पर। राजस्थान है जिहड़ा वो खेत्रफल के हिसाब नाल ज़्यादा है लेकिन उत्थे पॉपूलेशन घट होने करके राजस्थान के मैंबर राज सभा घट जाणगे अनुपात के हिसाब नाल ते यूपी के ज़्यादा जाणगे। हुण सब तो ज़्यादा मैंबर यूपी के जाते हैं राज सभा दे विच ते इहदा मैंबरां की गिणती 31 है 31। गल करिए हरियाणे की
ਤਾਂ ਹਰਿਆਣੇ ਦੇ ਮੈਂਬਰ ਨੇ ਜਿਹੜੇ ਰਾਜ ਸਭਾ ਦੇ ਵਿੱਚ ਉਹ 5 ਨੇ। ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਰਾਜ ਸਭਾ ਦੇ ਵਿੱਚ ਮੈਂਬਰ 7 ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਯੂਟੀ ਯਾਨੀ ਕਿ ਸਾਡਾ ਯੂਟੀ ਹੈ ਜਿਵੇਂ ਦਿੱਲੀ, ਤਾਂ ਦਿੱਲੀ ਦੇ ਜਿਹੜੇ ਮੈਂਬਰ ਨੇ ਉਹ ਰਾਜ ਸਭਾ ਦੇ ਵਿੱਚ 3 ਜਾਣਗੇ। ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਅਤੇ ਜਿਹੜਾ ਲੇਹ ਲਦਾਖ ਜਿਹੜਾ ਹੁਣ ਲੇਟੈਸਟ ਬਣਿਆ ਹੈ ਤਾਂ ਇਹਦੇ ਮੈਂਬਰਾਂ ਦੀ ਗਿਣਤੀ 4 ਹੈ। ਤਾਂ ਕਿਹੜੀ ਸਟੇਟ ਦੇ ਵਿੱਚੋਂ ਅਤੇ ਯੂਟੀ ਦੇ ਵਿੱਚੋਂ ਕਿੰਨੇ ਮੈਂਬਰ ਰਾਜ ਸਭਾ ਦੇ ਵਿੱਚ ਜਾਣਗੇ, ਇਸ ਗੱਲ ਦੀ ਜਿਹੜੀ ਵਿਵਸਥਾ ਹੈ ਉਹ ਸ਼ਡਿਊਲ 4 ਦੇ ਵਿੱਚ ਕੀਤੀ ਗਈ ਹੈ। ਤਾਂ ਸਾਡੇ ਸੰਵਿਧਾਨ ਦਾ ਜਿਹੜਾ ਸ਼ਡਿਊਲ ਨੰਬਰ 4 ਹੈ ਉਹਦੇ ਵਿੱਚ ਸਿਰਫ ਇਹ ਦੱਸਿਆ ਗਿਆ ਹੈ ਕਿ ਰਾਜ ਸਭਾ ਦੇ ਲਈ ਕਿਸ ਸਟੇਟ ਦੇ ਵਿੱਚੋਂ ਜਾਂ ਕਿਹੜੀ ਯੂਟੀ ਦੇ ਵਿੱਚੋਂ ਕਿੰਨੇ ਮੈਂਬਰ ਨੇ ਜਿਹੜੇ ਉਹ ਰਾਜ ਸਭਾ ਦੇ ਵਿੱਚ ਆਪਣੇ ਆਪ ਨੂੰ ਰੀਪ੍ਰੈਜ਼ੈਂਟ ਕਰਨਗੇ ਆਪਣੇ ਰਾਜਾਂ ਦੇ ਲਈ, ਆਪਣੀ ਸਟੇਟਸ ਦੇ ਲਈ। ਇਸ ਤੋਂ ਬਾਅਦ ਸ਼ਡਿਊਲ ਨੰਬਰ 5, ਸ਼ਡਿਊਲ ਨੰਬਰ 5 ਹੈ ਜਿਹੜਾ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਦੀ ਸ਼ਡਿਊਲ ਏਰੀਆ ਐਂਡ ਐਸਟੀਜ਼। ਐਸਟੀ ਦਾ ਮਤਲਬ ਸ਼ਡਿਊਲ ਟਰਾਈਬਸ, ਅਤੇ ਜਿਹੜੇ ਸ਼ਡਿਊਲਡ ਏਰੀਆ ਨੇ, ਰਾਖਵੇਂ ਜਿਹੜੇ ਏਰੀਆ ਨੇ, ਉਹਨਾਂ ਦਾ ਪ੍ਰਸ਼ਾਸਨ ਕਿਵੇਂ ਚੱਲੇਗਾ ਅਤੇ ਉਸ ਦੇ ਲਈ ਕੰਟਰੋਲ ਕਰਨ ਦੇ ਲਈ ਸਿਸਟਮ ਹੈ ਜਿਹੜਾ ਉਹ ਕਿਸ ਤਰੀਕੇ ਦਾ ਹੋਏਗਾ ਸ਼ਡਿਊਲ ਏਰੀਏ ਦਾ, ਉਹ ਜਿਹੜਾ ਸਾਡਾ ਸ਼ਡਿਊਲ ਨੰਬਰ 5 ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ। ਇਸ ਤੋਂ ਬਾਅਦ ਸ਼ਡਿਊਲ ਨੰਬਰ 6, ਅਨੁਸੂਚੀ ਨੰਬਰ 6, ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਆਫ ਦੀ ਟਰਾਈਬਲ ਏਰੀਆ ਆਫ ਦੀ ਨਾਰਥ ਈਸਟਰਨ ਸਟੇਟ। ਨਾਰਥ ਈਸਟ ਵਾਲੀ ਸਟੇਟ ਕਿਹੜੀਆਂ ਨੇ, ਜਿਵੇਂ ਅਸੀਂ ਮੈਪ ਦੇ ਅਕੋਰਡਿੰਗ ਦੇਖੀਏ ਤਾਂ ਅਸੀਂ ਇੱਕ ਰਫਲੀ ਜੇਕਰ ਇੰਡੀਆ ਦਾ ਮੈਪ ਵੀ ਬਣਾਈਏ ਤਾਂ ਜਿਹੜੀਆਂ ਇੱਧਰ ਵਾਲੀਆਂ ਆਹ ਸਟੇਟਾਂ ਨੇ ਜਿਹੜੀਆਂ ਟੋਟਲ ਆਹ ਸਾਡੇ ਕੋਲ ਇਸ ਪਾਸੇ ਕੁੱਲ 7 ਸਟੇਟਾਂ ਨੇ ਜਿਨ੍ਹਾਂ ਨੂੰ ਅਸੀਂ 7 ਸਿਸਟਰ ਬੋਲਦੇ ਹਾਂ। 7 ਸਿਸਟਰ ਦੇ ਵਿੱਚ ਕਿਹੜੀਆਂ ਆਉਂਦੀਆਂ ਨੇ ਸਾਡੇ ਕੋਲ, ਇੱਕ ਤਾਂ ਆਏਗੀ ਇਹਦੇ ਵਿੱਚ ਅਰੁਣਾਚਲ ਪ੍ਰਦੇਸ਼, ਦੂਜਾ ਆਏਗਾ ਇਹਦੇ ਵਿੱਚ ਅਸਾਮ, ਫਿਰ ਉਸ ਤੋਂ ਬਾਅਦ ਆਏਗੀ ਇਹਦੇ ਵਿੱਚ ਮਿਜ਼ੋਰਮ, ਫਿਰ ਉਸ ਤੋਂ ਬਾਅਦ ਮਨੀਪੁਰ, ਫਿਰ ਉਸ ਤੋਂ ਬਾਅਦ ਮੇਘਾਲਿਆ, ਫਿਰ ਉਸ ਤੋਂ ਬਾਅਦ ਨਾਗਾਲੈਂਡ, ਅਤੇ ਇੱਕ ਇਹਦੇ ਵਿੱਚ ਆਏਗਾ ਤ੍ਰਿਪੁਰਾ। ਇਹਨਾਂ ਨੂੰ ਅਸੀਂ 7 ਸਿਸਟਰਸ ਦਾ ਨਾਮ ਦਿੰਦੇ ਹਾਂ, ਜੋ ਕਿ ਸਾਡੇ ਮੈਪ ਦੇ ਅਕੋਰਡਿੰਗ ਨਾਰਥ ਈਸਟ ਦੀ ਡਾਇਰੈਕਸ਼ਨ ਦੇ ਵਿੱਚ ਇਹ ਸਟੇਟਾਂ ਆਉਂਦੀਆਂ ਨੇ। ਇਹਨਾਂ 7 ਜਿਹੜੀਆਂ ਸਟੇਟਾਂ ਦਾ ਜੋ ਪ੍ਰਸ਼ਾਸਨ ਹੈ ਜਾਂ ਜਿਹੜਾ ਟਰਾਈਬਲ ਏਰੀਆ ਹੈ, ਕਬੀਲੇ ਵਾਲਾ ਜਿਹੜਾ ਏਰੀਆ ਹੈ, ਉਹਦੇ ਪ੍ਰਸ਼ਾਸਨ ਨੂੰ ਲੈ ਕੇ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਸ਼ਡਿਊਲ ਨੰਬਰ 6 ਦੇ ਵਿੱਚ ਕੀਤੀ ਗਈ ਹੈ। ਕਿਉਂਕਿ ਸਾਨੂੰ ਇਹ ਪਤਾ ਕਿ ਜਿਹੜਾ ਨਾਰਥ ਈਸਟ ਦਾ ਜਿਹੜਾ ਏਰੀਆ ਹੈ ਉਸ ਏਰੀਏ ਦੇ ਵਿੱਚ ਇੱਕ ਤਾਂ ਸਮਤਲ ਜ਼ਮੀਨ ਦੀ ਬਹੁਤ ਘਾਟ ਹੈ, ਦੂਜੀ ਗੱਲ ਹੈ ਕਿ ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਮੇਘਾਲਿਆ ਦੀ ਗੱਲ ਕਰੀਏ ਤਾਂ ਮੇਘਾਲਿਆ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਇਹਨਾਂ ਇਲਾਕਿਆਂ ਦੇ ਵਿੱਚ ਬਾੜ ਬਹੁਤ ਆਉਂਦੀ ਹੈ, ਜੰਗਲ ਬਹੁਤ ਵੱਡੇ ਲੈਵਲ 'ਤੇ ਹੈਗੇ ਹੈ, ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪਹਾੜੀ ਕਬੀਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਤਾਂ ਇਹਨਾਂ ਦਾ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ ਇੱਕ ਅਲੱਗ ਤੌਰ 'ਤੇ ਪ੍ਰਸ਼ਾਸਨਿਕ ਵਿਵਸਥਾ ਦੀ ਜ਼ਰੂਰਤ ਪੈਂਦੀ ਹੈ। ਔਰ ਇੱਥੋਂ ਦੇ ਲੋਕਾਂ ਦਾ ਜਿਹੜਾ ਕਲਚਰ ਹੈ ਉਹ ਭਾਰਤ ਦੇ ਬਾਕੀ ਸਟੇਟਾਂ ਦੇ ਕਲਚਰ ਨਾਲੋਂ ਬਹੁਤ ਡਿਫਰੈਂਟ ਹੈ। ਗੱਲ ਕਰੀਏ ਜੀ ਨਾਗਾਲੈਂਡ ਦੀ, ਤਾਂ ਨਾਗਾਲੈਂਡ ਹੈ ਜਿਹੜੀ ਉਸ ਨੂੰ ਭਾਰਤ ਦੇ ਵਿੱਚ ਸ਼ਾਮਲ ਕਰਨ ਵਾਸਤੇ ਇੱਕ ਸਪੈਸ਼ਲ ਸਟੇਟ ਦਾ ਦਰਜਾ ਦੇਣਾ ਪਿਆ। ਉੱਥੋਂ ਦੇ ਲੋਕ ਨੇ ਜਿਹੜੇ ਉਹ ਭਾਰਤ ਦਾ ਅੱਜ ਵੀ ਆਪਣੇ ਆਪ ਨੂੰ ਕਾਫੀ ਹੱਦ ਤੱਕ, ਕੁਝ ਲੋਕ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਨਾਗਾਲੈਂਡ ਇੱਕ ਅਲੱਗ ਰਾਜ ਹੈ ਔਰ ਇੱਕ ਅਲੱਗ ਕੰਟਰੀ ਹੈ। ਇਸ ਗੱਲ ਦਾ ਵਿਰੋਧ ਅੱਜ ਵੀ ਕਈ ਲੋਕ ਉੱਥੋਂ ਦੇ ਕਰਦੇ ਨੇ। ਹਾਲਾਂਕਿ ਸਰਕਾਰਾਂ ਉਸ ਇਲਾਕੇ ਦੇ ਲਈ ਬਹੁਤ ਕੁਝ ਕਰ ਰਹੀਆਂ ਨੇ, ਪਰ ਉਹਨਾਂ ਦਾ ਕਲਚਰ ਹੈ ਜਿਹੜਾ ਉਹ ਇੰਨਾ ਡਿਫਰੈਂਟ ਹੈ ਕਿ ਉਹ ਆਪਣੇ ਆਪ ਨੂੰ ਭਾਰਤ ਦਾ ਅੰਗ ਮੰਨਣ ਤੋਂ ਹੀ ਇਨਕਾਰ ਕਰਦੇ ਹਨ। ਤਾਂ ਇਹਨਾਂ ਸਟੇਟਾਂ ਦਾ ਜਿਹੜਾ ਪ੍ਰਸ਼ਾਸਨ ਸੰਭਾਲਣ ਦਾ ਜਿਹੜਾ ਪੂਰਾ ਪ੍ਰਸ਼ਾਸਨ ਹੈ ਜਿਹੜਾ ਟਰਾਈਬਲ ਏਰੀਏ ਦਾ, ਨਾਰਥ ਈਸਟ ਦੀ ਜਿਹੜੀ ਸਟੇਟ ਨੇ ਉਹਨਾਂ ਨੂੰ ਸ਼ਡਿਊਲ ਨੰਬਰ 6 ਦੇ ਵਿੱਚ ਸ਼ਾਮਲ ਕੀਤਾ ਗਿਆ ਪਰਟੀਕੂਲਰ ਤੌਰ 'ਤੇ। ਇਸ ਤੋਂ ਬਾਅਦ ਆ ਗਿਆ ਜੀ ਸਾਡੇ ਕੋਲ ਸ਼ਡਿਊਲ ਨੰਬਰ 7। ਸ਼ਡਿਊਲ ਨੰਬਰ 7 ਇਹਦੇ ਵਿੱਚ ਲਿਖਿਆ ਗਿਆ ਹੈ ਡਿਸਟ੍ਰੀਬਿਊਸ਼ਨ ਆਫ ਦੀ ਪਾਵਰ ਬਿਟਵੀਨ ਸਟੇਟ ਐਂਡ ਦੀ ਯੂਨੀਅਨ ਗੌਰਮੈਂਟ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੰਪੋਰਟੈਂਟ ਦੱਸਦਾ, ਜਿਹੜੀ ਲਾਸਟ ਪਿੱਛੇ ਹੈ ਜਿਹੜੀ ਸ਼ਡਿਊਲ ਨੰਬਰ 5। ਤਾਂ ਦੇਖੋ ਸ਼ਡਿਊਲ ਨੰਬਰ 5 ਨੂੰ ਯਾਦ ਕਰਨ ਦਾ ਤਰੀਕਾ ਕੀ ਹੈ, ਉਹ ਰਹਿ ਗਿਆ ਸੀ ਵਿੱਚੋਂ। ਤਾਂ ਇਹਦੇ ਦੇਖੋ SC ਅਤੇ ST ਲਿਖਿਆ, SC ਅਤੇ ਦੂਜਾ ਲਿਖਿਆ ਹੋਇਆ ST। ਜੇ ਤੁਸੀਂ ਦੇਖੋਗੇ ਕਿ ਸ਼ਡਿਊਲ ਦੇ ਵਿੱਚ S ਅਤੇ ਆਪਣੇ ਇਹਦੇ ਵਿੱਚ ST ਦੇ ਵਿੱਚ ਵੀ ਜਿਹੜਾ S ਹੈ ਉਹ ਤੁਹਾਨੂੰ ਬਿਲਕੁਲ ਸੇਮ ਨਜ਼ਰ ਆ ਰਿਹਾ ਹੋਏਗਾ 5 ਵਰਗਾ। ਯਾਨੀ ਕਿ ਜੇ ਅਸੀਂ ਮੈਥ ਦਾ 5 ਲਿਖੀਏ ਅਤੇ ਇੰਗਲਿਸ਼ ਦਾ S ਲਿਖੀਏ ਤਾਂ ਤੁਹਾਨੂੰ ਲਗਭਗ ਸਿਮਿਲਰ ਲੱਗਣਗੇ। ਤਾਂ 5 ਨੰਬਰ ਸ਼ਡਿਊਲ ਤੋਂ ਕਲੀਅਰ ਹੋ ਜਾਏਗਾ ਕਿ ਇਹਦੇ ਵਿੱਚ ਸ਼ਡਿਊਲ ਏਰੀਆ ਅਤੇ ਸ਼ਡਿਊਲ ਟਰਾਈਬ ਦੇ ਬਾਰੇ ਐਕਸਪਲੇਨ ਕੀਤਾ ਗਿਆ। ਤਾਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਆਪਾਂ ਯਾਦ ਰੱਖ ਸਕਦੇ ਹਾਂ। ਅੱਗੇ ਸੀ ਜੀ ਸ਼ਡਿਊਲ ਨੰਬਰ 7, ਅਨੁਸੂਚੀ ਨੰਬਰ 7। ਅਨੁਸੂਚੀ ਨੰਬਰ 7 ਦੇ ਵਿੱਚ
ਜਿਹੜੀ ਸਾਡੀ ਸੈਂਟਰ ਗੌਰਮੈਂਟ ਤੇ ਜਿਹੜੀ ਸਾਡੀ ਸਟੇਟ ਗੌਰਮੈਂਟ ਹੈ ਉਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਪਾਵਰ ਦੀ ਡਿਵੀਜ਼ਨ ਕੀਤੀ ਗਈ ਹੈ। ਦੇਖੋ ਅਗਰ ਤੁਸੀਂ ਸ਼ਕਤੀ ਸ਼ਬਦ ਲਿਖੋਗੇ, ਸ਼ਕਤੀ ਦਾ ਮਤਲਬ ਪਾਵਰ, ਔਰ ਇੱਥੋਂ ਲਿਖੋਗੇ 7, ਤਾਂ ਇਹਨੂੰ ਯਾਦ ਕਿਵੇਂ ਰੱਖ ਸਕਦੇ ਹਾਂ? ਸ਼ਕਤੀ ਸੱਸੇ ਤੋਂ ਪੈ ਰਿਹਾ ਅਤੇ ਜਿਹੜਾ 7 ਹੈ ਉਹ ਵੀ ਕਿਹਦੇ ਤੋਂ ਪੈ ਰਿਹਾ? 7 ਸੱਸੇ ਤੋਂ ਪੈ ਰਿਹਾ। ਇਟ ਮੀਨਸ ਤੁਸੀਂ ਇਹਨੂੰ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਸੱਤਾ, ਸੱਤਾ ਦਾ ਮਤਲਬ ਕੀ ਹੁੰਦਾ? ਪਾਵਰ, ਔਰ ਸੱਤਾ ਮਤਲਬ 7 ਨੰਬਰ ਸੱਤਾ, ਔਰ ਸੱਤਾ ਦਾ ਮਤਲਬ ਇੰਗਲਿਸ਼ ਦੇ ਵਿੱਚ ਪਾਵਰ। ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਇਹਦੇ ਵਿੱਚ ਸੈਂਟਰ ਗੌਰਮੈਂਟ ਔਰ ਜਿਹੜੀ ਸਾਡੀ ਸਟੇਟ ਗੌਰਮੈਂਟ ਹੈ ਉਹਨਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਔਰ ਸ਼ਕਤੀਆਂ ਦੀ ਵੰਡ ਕਰਨ ਵਾਸਤੇ ਅਸੀਂ ਪਹਿਲਾਂ ਵੀ ਦੱਸਿਆ ਹੋਇਆ ਲਾਸਟ ਵੀਡੀਓ ਦੇ ਵਿੱਚ ਕਿ 3 ਜਿਹੜੀਆਂ ਮੇਨ ਸਾਡੀਆਂ ਲਿਸਟ ਬਣਾਈਆਂ ਗਈਆਂ ਨੇ। ਇੱਕ ਸਾਡੀ ਯੂਨੀਅਨ ਲਿਸਟ ਹੈ, ਦੂਜੀ ਸਾਡੀ ਸਟੇਟ ਲਿਸਟ ਹੈ ਅਤੇ ਤੀਸਰੀ ਸਾਡੀ ਕਨਕਰੰਟ ਲਿਸਟ ਹੈ। ਯੂਨੀਅਨ ਲਿਸਟ ਦੇ ਵਿੱਚ ਸਾਰੇ ਕਾਨੂੰਨ ਸੈਂਟਰ ਗੌਰਮੈਂਟ ਬਣਾਏਗੀ, ਸਟੇਟ ਲਿਸਟ ਦੇ ਵਿੱਚ ਰਾਜ ਸਰਕਾਰ ਬਣਾਏਗੀ ਅਤੇ ਕਨਕਰੰਟ ਲਿਸਟ ਦੇ ਵਿੱਚ ਦੋਨੋਂ ਮਿਲ ਕੇ ਬਣਾਉਣਗੇ। ਇਹਦੇ ਵਿੱਚ ਟੋਟਲ 97 ਵਿਸ਼ੇ ਹੈ, ਇਹਦੇ ਵਿੱਚ ਟੋਟਲ 66 ਵਿਸ਼ੇ ਹੈ ਅਤੇ ਇਹਦੇ ਵਿੱਚ ਟੋਟਲ 47 ਵਿਸ਼ੇ ਹੈ। ਪਰ ਜੇ ਗੱਲ ਕਰੀਏ ਲੇਟੈਸਟ ਡਾਟਾ ਦੀ ਜੋ 1976 ਦਾ ਹੋ ਚੁੱਕਿਆ ਲੇਕਿਨ ਕਿਤਾਬਾਂ 'ਚ ਅੱਜ ਵੀ ਲਿਖਿਆ ਜਾਂਦਾ ਹੈ, ਤਾਂ ਇਹਦੇ ਵਿੱਚ ਹੁਣ ਪ੍ਰੈਜੈਂਟਲੀ 100 ਵਿਸ਼ੇ ਹੈ, ਇਹਦੇ ਵਿੱਚ 61 ਹੈ ਅਤੇ ਇਹਦੇ ਵਿੱਚ 52 ਹੈ। ਯਾਨੀ ਕਿ ਇਹਦੇ ਵਿੱਚੋਂ 5 ਟੌਪਿਕ ਹਟਾ ਦਿੱਤੇ ਗਏ ਨੇ ਅਤੇ ਉਹਨਾਂ ਨੂੰ 5 ਨੂੰ ਇਸ ਲਿਸਟ ਦੇ ਵਿੱਚ ਐਡ ਕਰਤਾ। ਤਾਂ ਇਹਦੇ 'ਚੋਂ 5 ਮਾਈਨਸ ਹੋ ਗਏ ਹੈ ਇਸ ਆਪਣੀ ਸਟੇਟ ਵਾਲੀ 'ਚੋਂ, ਅਤੇ ਇਹੀ 5 ਜਿਹੜੇ ਸ਼ਿਫਟ ਕਰ ਦਿੱਤੇ ਗਏ ਨੇ ਕਨਕਰੰਟ ਲਿਸਟ ਦੇ ਵਿੱਚ। ਇਸ ਤੋਂ ਇਲਾਵਾ ਇੱਕ ਆਰਟੀਕਲ ਨੰਬਰ 248 ਦੇ ਵਿੱਚ ਇੱਕ ਲਿਸਟ ਅਲੱਗ ਤੋਂ ਬਣਾਈ ਗਈ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਰੈਜ਼ੀਡਰੀ ਲਿਸਟ, ਯਾਨੀ ਕਿ ਵਿਸ਼ਿਸ਼ਟ ਸ਼ਕਤੀਆਂ ਜਾਂ ਬਚੀਆਂ ਹੋਈਆਂ ਸ਼ਕਤੀਆਂ। ਇਹਨਾਂ ਤਿੰਨਾਂ ਲਿਸਟਾਂ ਤੋਂ ਬਾਅਦ ਜੋ ਵੀ ਪਾਵਰ ਹੋਏਗੀ ਉਹ ਸਾਰੀ ਸੈਂਟਰ ਗੌਰਮੈਂਟ ਦੀ ਲਿਸਟ ਵਿੱਚ ਚਲੀ ਜਾਏਗੀ ਅਤੇ ਉਸ ਲਿਸਟ ਦਾ ਨਾਮ ਹੈਗਾ ਰੈਜ਼ੀਡਰੀ ਲਿਸਟ। ਤਾਂ ਇਹ ਸੀ ਸ਼ਡਿਊਲ ਨੰਬਰ 7। ਇਸ ਤੋਂ ਬਾਅਦ ਆ ਗਿਆ ਜੀ ਸਭ ਤੋਂ ਇੰਪੋਰਟੈਂਟ ਹੈ ਤੁਹਾਡੇ ਵਾਸਤੇ ਸ਼ਡਿਊਲ ਨੰਬਰ 8, ਅਨੁਸੂਚੀ ਨੰਬਰ 8। ਅਨੁਸੂਚੀ ਨੰਬਰ 8 ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਕੀਤੀ ਗਈ ਹੈ। ਟੋਟਲ 22 ਲੈਂਗੁਏਜ ਨੇ ਜਿਨ੍ਹਾਂ ਨੂੰ ਕੌਂਸਟੀਟਿਊਸ਼ਨ ਦੇ ਵਿੱਚ ਦੱਸਿਆ ਗਿਆ ਹੈ। ਅਤੇ ਇੱਕ ਚੀਜ਼ ਬੜੀ ਇੰਪੋਰਟੈਂਟ ਇਹਦੇ ਵਿੱਚ ਇਹ ਹੈਗੀ ਹੈ ਕਿ ਬਹੁਤ ਸਾਰੇ ਜਿਹੜੇ ਵਿਊਵਰਸ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਇੰਗਲਿਸ਼ ਲੈਂਗੁਏਜ ਹੈ ਉਹ ਇਹਨਾਂ 22 ਦੇ ਵਿੱਚ ਇਨਕਲੂਡ ਹੋਏਗੀ, ਪਰ ਅਜਿਹਾ ਨਹੀਂ ਹੈ। ਸਿਰਫ ਇਹਦੇ ਵਿੱਚ ਭਾਰਤੀ ਭਾਸ਼ਾਵਾਂ ਨੂੰ ਹੀ ਮੇਨਲੀ ਸ਼ਾਮਿਲ ਕੀਤਾ ਗਿਆ ਹੈ। ਤਾਂ ਇੰਗਲਿਸ਼ ਹੈ ਜਿਹੜੀ ਉਹ ਇਹਨਾਂ 22 ਭਾਸ਼ਾਵਾਂ ਦਾ ਬਿਲਕੁਲ ਵੀ ਪਾਰਟ ਨਹੀਂ ਹੈ। ਇਹਦੇ ਵਿੱਚ ਭਾਸ਼ਾਵਾਂ ਨੇ ਜਿਹੜੀਆਂ ਜਿਵੇਂ ਹਿੰਦੀ ਹੈ, ਅਸਾਮੀ ਹੈ, ਬੰਗਾਲੀ ਹੈ, ਮਰਾਠੀ ਹੈ, ਪੰਜਾਬੀ ਹੈ, ਸਾਡੀ ਪੰਜਾਬੀ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਡੋਗਰੀ ਭਾਸ਼ਾ ਹੈ, ਸੰਥਾਲੀ ਹੈ, ਮਣੀਪੁਰੀ ਹੈ, ਠੀਕ ਹੈ, ਕੋਂਕਣੀ ਹੈ। ਤਾਂ ਇਹ ਕੁੱਲ 22 ਭਾਸ਼ਾਵਾਂ ਨੇ ਜਿਹੜੀਆਂ ਇਸ ਪਾਰਟ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ। ਜਿਸ ਸਮੇਂ ਸਾਡੇ ਦੇਸ਼ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ 14 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀ। ਸਟਾਰਟਿੰਗ ਦੇ ਵਿੱਚ ਜਦੋਂ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ ਤਾਂ ਉਸ ਸਮੇਂ ਹਿੰਦੀ ਸ਼ੁਰੂ ਤੋਂ ਹੀ ਸਾਡੀ ਇਸ ਦੇ ਵਿੱਚ ਭਾਸ਼ਾ ਸੀ। ਔਰ ਜਿਹੜਾ ਭਾਸ਼ਾ ਵਾਲਾ ਜਿਹੜਾ ਪਾਰਟ ਹੈ ਉਹ ਹੈ ਆਰਟੀਕਲ ਨੰਬਰ 343 ਤੋਂ ਲੈ ਕੇ ਆਰਟੀਕਲ ਨੰਬਰ 351 ਤੱਕ। ਔਰ ਇਹਦਾ ਜਿਹੜਾ ਸੰਵਿਧਾਨ ਦਾ ਪਾਰਟ ਹੈ ਭਾਸ਼ਾ ਵਾਲਾ ਪਾਰਟ ਨੰਬਰ 17 ਹੈ, ਸ਼ਡਿਊਲ ਨੰਬਰ 8 ਹੈ ਅਤੇ ਅਨੁਛੇਦ ਇਹਦਾ ਹੈਗਾ ਆਰਟੀਕਲ 343 ਤੋਂ ਲੈ ਕੇ 351 ਤੱਕ। ਤਾਂ ਜਿਸ ਸਮੇਂ ਸੰਵਿਧਾਨ ਬਣਿਆ ਤਾਂ ਉਸ ਸਮੇਂ ਤੱਕ ਕੁੱਲ 14 ਭਾਸ਼ਾਵਾਂ ਇਹਦੇ ਵਿੱਚ ਸ਼ਾਮਲ ਸਨ। ਪਰ 1967 ਦੇ ਵਿੱਚ 1967 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ 21ਵਾਂ ਸੰਸ਼ੋਧਨ ਕੀਤਾ ਗਿਆ, ਨੰਬਰ 21 ਅਮੈਂਡਮੈਂਟ। ਔਰ 21ਵੀਂ ਅਮੈਂਡਮੈਂਟ ਦਾ ਨੰਬਰ ਹੈ, ਈਅਰ ਹੈਗਾ 1967 ਅਤੇ 1967 ਦੇ ਵਿੱਚ ਇੱਕ ਨਵੀਂ ਭਾਸ਼ਾ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੀ ਗਈ ਅਤੇ ਉਸ ਭਾਸ਼ਾ ਦਾ ਨਾਮ ਹੈਗਾ ਸਿੰਧੀ ਭਾਸ਼ਾ। ਇਹ ਸਭ ਤੋਂ ਪਹਿਲੀ ਭਾਸ਼ਾ ਹੈ ਭਾਰਤੀ ਸੰਵਿਧਾਨ ਦੇ ਵਿੱਚ ਜੋ ਅਮੈਂਡਮੈਂਟ ਤੋਂ ਬਾਅਦ 14 ਭਾਸ਼ਾਵਾਂ ਦੇ ਵਿੱਚ 15ਵੀਂ ਇੱਕ ਨਵੀਂ ਭਾਸ਼ਾ ਹੈ ਜਿਹੜੀ ਇਹ ਐਡ ਕੀਤੀ ਗਈ ਹੈ, ਸਿੰਧੀ। ਤਾਂ ਇਸ ਨੂੰ ਨੋਟ ਕਰ ਲਿਆ ਜਾਵੇ। ਇਸ ਤੋਂ ਬਾਅਦ ਦੁਬਾਰਾ ਫਿਰ ਅਮੈਂਡਮੈਂਟ ਹੋਈ, ਪਹਿਲਾਂ 14 ਸੀ, ਫਿਰ ਇੱਕ ਸਿੰਧੀ ਭਾਸ਼ਾ 1967 ਦੇ ਵਿੱਚ ਜੋੜੀ ਅਤੇ ਸੰਸ਼ੋਧਨ ਦਾ ਨੰਬਰ ਹੈਗਾ 21। ਫਿਰ ਉਸ ਤੋਂ ਬਾਅਦ ਸੰਨ 1992 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ 71ਵਾਂ ਸੰਸ਼ੋਧਨ ਕੀਤਾ ਗਿਆ, ਅਮੈਂਡਮੈਂਟ ਨੰਬਰ 71। ਔਰ 71 ਦੇ ਵਿੱਚ 3 ਨਵੀਆਂ ਲੈਂਗੁਏਜ ਇਹਦੇ ਵਿੱਚ ਐਡ ਕੀਤੀਆਂ ਗਈਆਂ। ਉਹ 3 ਭਾਸ਼ਾਵਾਂ ਸਾਡੇ ਕੋਲ ਕਿਹੜੀਆਂ ਨੇ?
ਇੱਕ ਤਾਂ ਉਹਦੇ ਵਿੱਚ ਨਵੀਂ ਭਾਸ਼ਾ ਜੋੜੀ ਗਈ ਨੇਪਾਲੀ ਭਾਸ਼ਾ। ਨੇਪਾਲੀ ਤੋਂ ਇਲਾਵਾ ਮਣੀਪੁਰੀ, ਜੋ ਕਿ ਮਣੀਪੁਰ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਬੋਲੀ ਜਾਂਦੀ ਹੈ, ਇੱਕ ਨੇਪਾਲੀ ਭਾਸ਼ਾ। ਅਤੇ ਇਸ ਦੇ ਨਾਲ ਹੀ ਇੱਕ ਭਾਸ਼ਾ ਹੈ ਨੇਪਾਲੀ, ਮਣੀਪੁਰੀ ਅਤੇ ਤੀਸਰੀ ਭਾਸ਼ਾ ਤੁਸੀਂ ਇਹ 'ਚ ਲਿਖੋਗੇ ਕੋਂਕਣੀ। ਇਹ ਤਿੰਨ ਜਿਹੜੀਆਂ ਭਾਸ਼ਾਵਾਂ ਨੇ ਇਹ ਸੰਨ 1992 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ 71 ਨੰਬਰ ਸੰਸ਼ੋਧਨ ਅਮੈਂਡਮੈਂਟ ਨੰਬਰ 71 ਨੰਬਰ ਅਮੈਂਡਮੈਂਟ ਹੋਈ 1992 ਦੇ ਵਿੱਚ, ਅਤੇ ਇਹਨਾਂ ਤਿੰਨ ਭਾਸ਼ਾਵਾਂ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ। ਅਤੇ ਹੁਣ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ 1992 ਤੱਕ ਜਾ ਕੇ 14 + 1 ਸਿੰਧੀ 15 ਜੋ ਕਿ 1967 ਦੇ ਵਿੱਚ, ਅਤੇ ਫਿਰ 71ਵਾਂ ਸੰਸ਼ੋਧਨ ਹੋਣ ਤੋਂ ਬਾਅਦ 1992 ਤੱਕ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕੁੱਲ 18 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੋ ਗਈ ਸੀ। ਹੁਣ ਇਹਨੂੰ ਯਾਦ ਕਿਵੇਂ ਰੱਖੀਏ, ਦੇਖੋ ਜਿਹੜੀ 1967 ਦੇ ਵਿੱਚ ਸੰਸ਼ੋਧਨ ਹੋਇਆ ਉਹ ਸੀ 21 ਨੰਬਰ ਅਮੈਂਡਮੈਂਟ, ਅਤੇ ਜਿਹੜਾ 1992 ਦੇ ਵਿੱਚ ਹੋਇਆ ਉਹ ਸੀ ਤੁਹਾਡਾ 71ਵਾਂ ਸੰਸ਼ੋਧਨ। ਹੁਣ ਜੇ ਤੁਸੀਂ 71 ਅਤੇ 21 ਨੂੰ ਐਡ ਕਰੋਗੇ ਤਾਂ ਕੀ ਆਏਗਾ, 92 ਆਏਗਾ। ਇਹਦਾ ਮਤਲਬ ਇਹ ਜਿਹੜਾ 71ਵਾਂ ਸੰਸ਼ੋਧਨ ਹੋਇਆ ਤੁਹਾਡਾ 1992 ਦੇ ਵਿੱਚ ਹੋਇਆ। ਇਸ ਤਰੀਕੇ ਨਾਲ ਤੁਸੀਂ ਇਹਨੂੰ ਟ੍ਰਿਕ ਨਾਲ ਯਾਦ ਕਰ ਸਕਦੇ ਹੋ। ਇਸ ਤੋਂ ਬਾਅਦ ਸੰਨ 2004 ਦੇ ਵਿੱਚ ਨਵੀਆਂ ਭਾਸ਼ਾਵਾਂ ਐਡ ਕੀਤੀਆਂ ਗਈਆਂ, ਅਤੇ ਇਹ ਸਾਡੇ ਭਾਰਤੀ ਸੰਵਿਧਾਨ ਦਾ 2004 ਦੇ ਵਿੱਚ ਜਿਹੜੇ ਨਵਾਂ ਸੰਸ਼ੋਧਨ ਹੋਇਆ 91ਵਾਂ ਸੰਸ਼ੋਧਨ ਹੋਇਆ, ਅਤੇ ਇਹਦੇ ਵਿੱਚ ਸਾਡੀ ਜਿਹੜੀ ਭਾਸ਼ਾ ਜੋੜੀ ਗਈ, ਇੱਕ ਤਾਂ ਐਡ ਕੀਤੀ ਗਈ ਇਹਦੇ ਵਿੱਚ ਬੋਡੋ, ਇੱਕ ਭਾਸ਼ਾ ਐਡ ਕੀਤੀ ਗਈ ਡੋਗਰੀ, ਇੱਕ ਇਹਦੇ ਵਿੱਚ ਭਾਸ਼ਾ ਐਡ ਕੀਤੀ ਗਈ ਮਿਥਾਲੀ, ਅਤੇ ਇੱਕ ਇਹਦੇ ਵਿੱਚ ਭਾਸ਼ਾ ਐਡ ਕੀਤੀ ਗਈ ਸੰਥਾਲ। ਤਾਂ ਇਹ ਜਿਹੜੀਆਂ 4 ਭਾਸ਼ਾਵਾਂ ਨੇ ਇਹ ਸੰਨ 2004 ਦੇ ਵਿੱਚ, ਹਾਲਾਂਕਿ ਐਕਟ ਪਾਸ 2003 'ਚ ਹੋ ਗਿਆ ਸੀ, ਲੇਕਿਨ ਇਸ ਨੂੰ ਫੋਰਸ ਦੇ ਵਿੱਚ ਕਦੋਂ ਲਿਆਂਦਾ ਗਿਆ, ਸੰਨ 2004 ਦੇ ਵਿੱਚ। ਤਾਂ ਹੁਣ ਟੋਟਲ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, 14 + 1 + 3 ਅਤੇ +4। ਇਹ ਹੈਗੀ ਹੈ ਤੁਹਾਡੀ ਸਿੰਧੀ ਭਾਸ਼ਾ 1967 ਸੰਸ਼ੋਧਨ ਨੰਬਰ 21। ਇਹਦੇ ਵਿੱਚ 3 ਭਾਸ਼ਾਵਾਂ ਨੇਪਾਲੀ, ਮਣੀਪੁਰੀ, ਅਤੇ ਇੱਕ ਤੁਹਾਡੀ ਇਹਦੇ ਵਿੱਚ ਭਾਸ਼ਾ ਹੈਗੀ ਹੈ ਮਿਥਾਲੀ। ਫਿਰ ਉਸ ਤੋਂ ਬਾਅਦ 4 ਭਾਸ਼ਾਵਾਂ ਬੋਡੋ, ਡੋਗਰੀ, ਮਿਥਾਲੀ ਅਤੇ ਸੰਥਾਲੀ। ਠੀਕ ਹੈ, ਇਹ 4 ਭਾਸ਼ਾਵਾਂ ਹੋ ਗਈਆਂ। ਤਾਂ ਟੋਟਲ ਤੁਹਾਡੀਆਂ ਕੁੱਲ ਭਾਸ਼ਾਵਾਂ ਦੀ ਗਿਣਤੀ ਇਹਦੇ ਵਿੱਚ ਕਿੰਨੀ ਹੋ ਗਈ, 22। ਇਸ ਤੋਂ ਬਾਅਦ ਵੈਰੀ ਇੰਪੋਰਟੈਂਟ ਸ਼ਡਿਊਲ ਨੰਬਰ 9। ਸ਼ਡਿਊਲ ਨੰਬਰ 9 'ਚ ਲਿਖਿਆ ਹੈ ਵੈਲੀਡੇਸ਼ਨ ਆਫ ਦੀ ਸਰਟੇਨ ਐਕਟਸ ਐਂਡ ਦੀ ਰੈਗੂਲੇਸ਼ਨ। ਹੁਣ ਇਹ ਇੱਕ ਸਪੈਸ਼ਲ ਸ਼ਡਿਊਲ ਸਾਡੇ ਸੰਵਿਧਾਨ ਦੇ ਵਿੱਚ ਬਣਾਇਆ ਗਿਆ, ਜਿਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਵੀ ਅਜਿਹਾ ਕਾਨੂੰਨ ਜੋ ਸ਼ਡਿਊਲ ਨੰਬਰ 9 ਦੇ ਵਿੱਚ ਚਲਾ ਗਿਆ, ਉਸ ਨੂੰ ਸਾਡੇ ਇੰਡੀਆ ਦੀ ਕਿਸੇ ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ, ਕਿਸੇ ਵੀ ਤਰ੍ਹਾਂ ਦੀ ਜੁਡੀਸ਼ਰੀ ਹੈ ਜਿਹੜੀ ਨਾ, ਇਹਦੇ ਵਿੱਚ ਚੈਲੰਜ ਨਹੀਂ ਕੀਤਾ ਜਾ ਸਕਦਾ। ਜੋ ਵੀ ਸਾਡਾ ਐਕਟ ਜਾਂ ਜਿਹੜਾ ਕਾਨੂੰਨ ਹੈ ਉਹ ਸ਼ਡਿਊਲ ਨੰਬਰ 9 ਦੇ ਵਿੱਚ ਜਾਣ ਤੋਂ ਬਾਅਦ ਉਸ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਸ਼ਡਿਊਲ ਨੰਬਰ 10। ਸ਼ਡਿਊਲ ਨੰਬਰ 10 ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਦੀ ਵਿਵਸਥਾ ਕੀਤੀ ਗਈ ਹੈ। ਐਂਟੀ ਲਾਅ ਡਿਫੈਕਸ਼ਨ ਦਾ ਮਤਲਬ ਹੁੰਦਾ ਦਲ ਬਦਲੀ ਕਾਨੂੰਨ। ਦਲ ਬਦਲੀ ਕਾਨੂੰਨ ਜਿਹੜੀਆਂ ਸਾਡੇ ਮੰਤਰੀ ਨੇ ਰੋਜ਼ ਆਪਣੀਆਂ ਪਾਰਟੀਆਂ ਚੇਂਜ ਕਰ ਲੈਂਦੇ ਸਨ, ਅਤੇ ਉਹਦੇ ਕਰਕੇ ਇਹ ਐਂਟੀ ਡਿਫੈਕਸ਼ਨ ਲਾਅ ਹੈ ਜਿਹੜਾ ਉਹ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ। ਅਤੇ ਸ਼ਡਿਊਲ ਨੰਬਰ ਜਿਹੜੀ 10 ਹੈ ਇਹ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀ, ਇਸ ਨੂੰ ਸੰਨ 1985 ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ, ਅਤੇ ਅਮੈਂਡਮੈਂਟ ਦਾ ਨੰਬਰ ਹੈਗਾ 52 ਨੰਬਰ ਜਿਹੜੀ ਅਮੈਂਡਮੈਂਟ ਹੈ ਉਹਦੇ ਅਕੋਰਡਿੰਗ ਸੰਨ 1985 ਦੇ ਵਿੱਚ ਦਲ ਬਦਲੀ ਜਿਹੜਾ ਨਿਯਮ ਹੈ ਉਹ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ, ਅਤੇ ਇਹ ਸ਼ਡਿਊਲ ਨੰਬਰ 10 ਦੇ ਵਿੱਚ ਹੈ। ਉਸ ਤੋਂ ਬਾਅਦ ਸ਼ਡਿਊਲ ਨੰਬਰ 11, ਇਸ ਨੂੰ ਵੀ ਭਾਰਤੀ ਸੰਵਿਧਾਨ ਦੇ ਵਿੱਚ ਬਾਅਦ 'ਚ ਐਡ ਕੀਤਾ ਗਿਆ, ਔਰ ਇਸ ਨੂੰ ਐਡ ਕੀਤਾ ਗਿਆ ਸੰਨ 1993 ਦੇ ਵਿੱਚ, ਔਰ ਇਹ ਸਾਡੇ ਕੌਂਸਟੀਟਿਊਸ਼ਨ ਦਾ ਅਮੈਂਡਮੈਂਟ ਨੰਬਰ ਹੈਗਾ 73rd ਨੰਬਰ ਅਮੈਂਡਮੈਂਟ ਦੇ ਵਿੱਚ 24 ਅਪ੍ਰੈਲ 1993 ਨੂੰ ਸਾਡਾ ਜਿਹੜਾ ਪੰਚਾਇਤੀ ਰਾਜ ਹੈ ਉਸ ਨੂੰ ਰਾਸ਼ਟਰਪਤੀ ਨੇ ਪਰਮਿਸ਼ਨ ਦੇ ਦਿੱਤੀ ਸੀ, ਲਾਗੂ ਹੋ ਗਿਆ ਸੀ 24 ਅਪ੍ਰੈਲ ਨੂੰ।
ਤੇ 24 ਅਪ੍ਰੈਲ ਨੂੰ ਇਹ ਜਦੋਂ ਲਾਗੂ ਹੋਇਆ ਤਾਂ ਪੰਚਾਇਤੀ ਰਾਜ ਦੀਆਂ ਪਾਵਰਸ ਕੀ ਹੋਣਗੀਆਂ, ਅਥਾਰਟੀ ਕੀ ਹੋਏਗੀ, ਉਹਦੀ ਜ਼ਿੰਮੇਵਾਰੀਆਂ ਕੀ ਹੋਣਗੀਆਂ ਪੰਚਾਇਤਾਂ ਦੀਆਂ। ਔਰ ਪੰਚਾਇਤ ਵਾਸਤੇ ਕਮੇਟੀਆਂ ਬਣਾਈਆਂ ਗਈਆਂ ਸੀ, ਜਿਵੇਂ ਬਲਵੰਤ ਰਾਏ ਮਹਿਤਾ ਕਮੇਟੀ, ਅਸ਼ੋਕ ਮਹਿਤਾ ਕਮੇਟੀ, LM ਸਿੰਘਵੀ ਕਮੇਟੀ, ਠੀਕ ਹੈ। ਤਾਂ ਉਹਦੀ ਸਿਫਾਰਿਸ਼ ਦੇ ਆਧਾਰ 'ਤੇ ਹੀ ਜਿਹੜਾ ਪੰਚਾਇਤੀ ਰਾਜ ਹੈ ਉਸਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਕੀਤਾ ਗਿਆ। ਤੇ ਸਰਪੰਚਾਂ ਨੂੰ ਕੁੱਲ 29 ਜਿਹੜੇ ਵਿਸ਼ੇ ਨੇ ਜਿਹੜੇ ਉਹ ਦਿੱਤੇ ਗਏ ਨੇ, ਜਿਨ੍ਹਾਂ ਦੇ ਉੱਪਰ ਉਹਨਾਂ ਨੇ ਆਪਣੇ ਕਰਤੱਵ ਨੇ ਜਿਹੜੇ ਨਿਭਾਉਣੇ ਨੇ। ਉਹਨਾਂ ਦੀ ਸ਼ਕਤੀਆਂ ਨੇ ਟੋਟਲ 29। ਤੇ ਇਹਦਾ ਜਿਹੜਾ ਆਰਟੀਕਲ ਹੈਗਾ ਉਹ ਹੈਗਾ ਸਾਡਾ 243 ਨੰਬਰ ਆਰਟੀਕਲ ਹੈ, ਜਿਹਦੇ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। ਆਖਰੀ ਸ਼ਡਿਊਲ ਹੈ ਜੀ ਸ਼ਡਿਊਲ ਨੰਬਰ 12। ਇਸ ਨੂੰ ਵੀ ਭਾਰਤੀ ਸੰਵਿਧਾਨ ਦੇ ਵਿੱਚ ਸੰਨ 1994 ਦੇ ਵਿੱਚ ਐਡ ਕੀਤਾ ਗਿਆ ਤੇ ਸੰਵਿਧਾਨ ਦੀ ਇਹ 74th ਅਮੈਂਡਮੈਂਟ ਹੈ। ਤੇ ਇਹਦੇ ਵਿੱਚ ਜਿਹੜੀ ਸ਼ਹਿਰਾਂ ਦੀ ਜਿਹੜੀ ਨਗਰ ਪਾਲਿਕਾ ਹੈ, ਜੋ ਸ਼ਹਿਰਾਂ ਦਾ ਪ੍ਰਸ਼ਾਸਨ ਸੰਭਾਲੇਗੀ, ਉਹਦੀ ਵਿਵਸਥਾ ਜਿਹੜੀ ਇਹਦੇ ਵਿੱਚ ਕੀਤੀ ਗਈ ਹੈ। ਆਰਟੀਕਲ 243 O ਤੋਂ ਲੈ ਕੇ ਆਰਟੀਕਲ Z ਤੱਕ 243 ਦਾ। ਤੇ ਇਹਦੇ ਵਿੱਚ ਕੁੱਲ ਜਿਹੜਾ ਪੰਚਾਇਤਾਂ ਨੂੰ 29 ਪਾਵਰਸ ਦਿੱਤੀਆਂ ਗਈਆਂ ਨੇ, ਜਦਕਿ ਮਿਊਨਿਸਪਲ ਕਮੇਟੀਜ਼ ਨੂੰ ਜਿਹੜੀਆਂ 18 ਪਾਵਰ ਦਿੱਤੀਆਂ ਗਈਆਂ ਨੇ। ਤੇ ਪੰਚਾਇਤਾਂ ਦਾ 3 ਟਾਇਰ ਸਿਸਟਮ ਹੁੰਦਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਪਿੰਡਾਂ ਦੀ ਪੰਚਾਇਤ ਹੁੰਦੀ ਹੈ, ਫਿਰ ਉਸ ਤੋਂ ਬਾਅਦ ਬਲਾਕ ਸੰਮਤੀ ਹੁੰਦੀ ਹੈ, ਬਲਾਕ ਸੰਮਤੀ ਤੋਂ ਬਾਅਦ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਹੁੰਦਾ ਹੈ। ਇਸੇ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਪਹਿਲਾਂ ਮਿਊਨਿਸਪਲ ਕਮੇਟੀਜ਼ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਨਗਰ ਪ੍ਰੀਸ਼ਦ ਹੁੰਦੀ ਹੈ, ਤੇ ਉਸ ਤੋਂ ਬਾਅਦ ਨਗਰ ਨਿਗਮ ਹੁੰਦੀ ਹੈ। ਨਗਰ ਨਿਗਮ ਦੇ ਹੈੱਡ ਨੂੰ ਹੀ ਅਸੀਂ ਬੋਲਦੇ ਹਾਂ ਮੇਅਰ। ਤਾਂ ਇਹ ਸੀ ਸਾਡੇ ਸੰਵਿਧਾਨ ਦੀਆਂ ਅੱਜ ਦੀਆਂ ਟੋਟਲ 12 ਅਨੁਸੂਚੀਆਂ, ਜਿਹਦੇ ਵਿੱਚ ਆਪਾਂ ਵਿਸਥਾਰ ਦੇ ਵਿੱਚ ਪੜ੍ਹਿਆ ਕਿ ਹਰੇਕ ਅਨੁਸੂਚੀ ਦੇ ਵਿੱਚ ਕੀ ਲਿਖਿਆ ਹੋਇਆ, ਔਰ ਨਾਲ ਕੁਛ ਜਿਹੜੀਆਂ ਟ੍ਰਿਕਸ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕੀਤੀਆਂ ਨੇ। ਤੇ ਜਲਦੀ ਹੀ ਮੈਂ ਤੁਹਾਨੂੰ ਅੱਗੇ ਨੈਕਸਟ ਕੌਂਸਟੀਟਿਊਸ਼ਨ ਦੇ ਉੱਪਰ ਕੋਈ ਅੱਛੀ ਜਿਹੜੀ ਵੀਡੀਓ ਹੈ ਉਹ ਅਪਲੋਡ ਕਰਕੇ ਦੇਵਾਂਗਾ।